यूनिट का लास्ट पार्ट इनू खत्म कर लिया अज। लिख लियो फिर समझाना इन्होंने कट्ठिया नूं। समझी लियो 4 पॉइंट आ, देखियो इधर पहलों लिखियो ना। हुण आपां किहड़ी थ्योरी पढ़ चुके हैं? वर्नर थ्योरी ते वेलेस बॉन्ड थ्योरी। 3 तरह दीयां थ्योरीज आ। आपां वर्नर थ्योरी पढ़ ली, एक हैगी आ वीबी थ्योरी। वीबी थ्योरी ये भी पढ़ चुके हैं। तो लास्ट आप कर लगे क्रिस्टल फील्ड थ्योरी CFT। इधर ध्यान दो, जिहड़ी वर्नर थ्योरी आ इहदे विच की दस्सिया गया किन्ने तरह दीयां वैलेंसीज हुंदियां? 2 तरह दीयां। एक प्राइमरी वैलेंसीज, प्राइमरी वैलेंसी का जिक्र किया गया। एक किहड़ी वैलेंसी आ? सैकेंडरी वैलेंसी। डॉटेड ते सॉलिड लाइनस आपां पढ़ी आ ना इन्हां दे विच। प्राइमरी वैलेंसी ऑक्सीडेशन नंबर नूं सैटिस्फाई करती तो सैकेंडरी वैलेंसी कोऑर्डिनेशन नंबर नूं सैटिस्फाई करती। वर्नर ने ये चीज़ां समझाइयां। वीबी थ्योरी दे विच आपां की पढ़िया? आपां कहा भी जिहड़ा हुंदा मैटल एटम वो अपना ऑर्बिटल वेकेंट करता ताकि किहड़ा बॉन्ड बन सके?
ਕੋਆਰਡੀਨੇਟ ਬੌਂਡ। ਤੇ ਜਾਂ ਆਪਾਂ ਪੜ੍ਹਿਆ ਸੀ ਵੀ ਵੀਕ ਫੀਲਡ ਲੀਗੈਂਟ ਹੁੰਦੇ, ਸਟਰੋਂਗ ਫੀਲਡ ਲੀਗੈਂਟ ਹੁੰਦੇ, ਇਹੋ ਜਿਹੀਆਂ ਚੀਜ਼ਾਂ। ਅੱਜ ਵਾਲੀ ਥਿਊਰੀ ਦੇ ਵਿੱਚ ਆਪਾਂ ਕੀ ਪੜ੍ਹਦੇ ਪਏ ਆ ਦੇਖਿਓ ਕ੍ਰਿਸਟਲ ਫੀਲਡ ਥਿਊਰੀ ਦੇ ਵਿੱਚ ਪਹਿਲਾ ਪੁਆਇੰਟ ਕੀ ਆਉਂਦਾ ਵਾ, ਸੈਂਟਰਲ ਮੈਟਲ ਐਟਮ ਤੇ ਲੀਗੈਂਡ, ਇਹਨਾਂ ਦੇ ਵਿਚਕਾਰ ਕਿਹੜੀ ਫੋਰਸ ਹੁੰਦੀ ਆ, ਇਲੈਕਟ੍ਰੋਸਟੈਟਿਕ ਫੋਰਸ। ਜਿਸ ਤਰ੍ਹਾਂ ਕੋਈ ਨਾ ਕੋਈ ਸੈਂਟਰਲ ਮੈਟਲ ਐਟਮ ਹੈਗਾ ਆਇਰਨ, ਕੋਈ ਨਾ ਕੋਈ ਲੀਗੈਂਡ ਹੈਗਾ CN, ਇਹਨਾਂ ਦੇ ਵਿੱਚ ਕਿਹੜੀ ਫੋਰਸ ਆਫ ਅਟਰੈਕਸ਼ਨ ਹੋਊਗੀ, ਕੂਲੰਬ ਫੋਰਸ, ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ। ਉਹ ਕਿੰਨਾ ਵਿੱਚ ਹੁੰਦੀ ਫੋਰਸ, ਚਾਰਜਿਸ ਵਿੱਚ। ਤੇ ਆਪਾਂ ਨੂੰ ਇਸ ਥਿਊਰੀ ਨੇ ਸਮਝਾਇਆ ਕਿ ਜਿਹੜਾ ਮੈਟਲ ਹੋਊਗਾ ਉਹਨੂੰ ਕਿੱਦਾਂ ਟਰੀਟ ਕਰਿਓ, ਪੋਜ਼ਿਟਿਵ ਚਾਰਜ, ਜਿਹੜਾ ਲੀਗੈਂਟ ਹੋਊਗਾ ਉਹਨੂੰ ਕਿੱਦਾਂ ਟਰੀਟ ਕਰਿਓ, ਨੈਗੇਟਿਵ ਚਾਰਜ। ਠੀਕ ਹੈ, ਇੰਨੀਆਂ ਚੀਜ਼ਾਂ ਆਪਾਂ ਇੱਥੇ ਲਿਖੀਆਂ ਵਾ। ਪਹਿਲੀ ਗੱਲ ਆਪਾਂ ਕੀ ਕਹੀ ਆ ਵੀ ਇਹਨਾਂ ਦੋਨਾਂ ਦੇ ਵਿੱਚ ਕਿਹੜੀ ਫੋਰਸ ਹੈਗੀ ਆ, ਇਲੈਕਟ੍ਰੋਸਟੈਟਿਕ ਫੋਰਸ। ਇਹ ਗੱਲ ਕਲੀਅਰ ਹੋ ਜਾਂਦੀ। ਦੂਸਰੀ ਗੱਲ ਆਪਾਂ ਕੀ ਕਹੀ ਆ ਵੀ ਜੇ ਇਲੈਕਟ੍ਰੋਸਟੈਟਿਕ ਫੋਰਸ ਆ ਉਹ ਕਿਹਦੇ ਵਿੱਚ ਹੋਣੀ ਆ, ਚਾਰਜਿਸ ਵਿੱਚ, ਜਾਂ ਲਾਈਕ ਚਾਰਜ ਹੋਣ ਜਾਂ ਅਨਲਾਈਕ ਚਾਰਜ ਹੋਣ। ਤੇ ਚਾਰਜ ਕਿਹੜੇ ਕਿਹਨੂੰ ਕਿਹਨੂੰ ਮੰਨਣਾ, ਜਿਹੜਾ ਮੈਟਲ ਹੋਊਗਾ ਉਹਨੂੰ ਪੋਜ਼ਿਟਿਵ ਮੰਨਾਂਗੇ, ਜਿਹੜਾ ਲੀਗੈਂਟ ਹੋਊਗਾ ਉਹਨੂੰ ਕਿਹੜਾ ਚਾਰਜ ਮੰਨਾਂਗੇ ਆਪਾਂ, ਨੈਗੇਟਿਵ ਚਾਰਜ। ਦੱਸੋ ਇਹ ਕਲੀਅਰ ਹੋ ਗਿਆ। ਉਸ ਤੋਂ ਬਾਅਦ ਆਪਾਂ ਥਰਡ ਕੀ ਕਿਹਾ ਵੀ ਜੇਕਰ ਅਟਰੈਕਸ਼ਨ ਹੋਵੇ ਤੇ એનર્ਜੀ ਘਟਦੀ ਜੇ ਹਮੇਸ਼ਾ, ਜੇਕਰ ਰਿਪਲਸ਼ਨ ਹੋਵੇ ਤੇ એનર્ਜੀ ਹਮੇਸ਼ਾ ਵਧੂਗੀ। ਜਦੋਂ ਅਟਰੈਕਸ਼ਨ ਹੁੰਦੀ એનર્ਜੀ ਡਿਕਰੀਜ਼ ਹੁੰਦੀ, ਜਦੋਂ ਰਿਪਲਸ਼ਨ ਹੁੰਦੀ એનર્ਜੀ ਕੀ ਹੁੰਦੀ, ਇਨਕਰੀਜ਼। ਜਿਵੇਂ ਦੇਖਿਓ ਮੰਨ ਲਓ ਆਹ ਦੋ ਚੀਜ਼ਾਂ ਹੋਣ ਲਾਈਕ ਅਨਲਾਈਕ, ਇੱਕ ਨੈਗੇਟਿਵ ਇਹਨੂੰ ਛੋਟਾ ਬਣਾ ਦਿੰਨੇ, ਇੱਕ ਪੋਜ਼ਿਟਿਵ। ਜਦੋਂ ਇਹਨਾਂ 'ਚ ਅਟਰੈਕਸ਼ਨ ਹੋਣੀ ਨਾ ਇਹਨਾਂ ਨੇ ਇੱਥੇ ਜੁੜ ਜਾਣਾ। ਜਦੋਂ ਰਿਪਲਸ਼ਨ ਹੋਊਗੀ ਨਾ ਮੰਨ ਲਓ ਨੈਗੇਟਿਵ ਹੋਣੇ ਕੰਬਣ ਡੈ ਪੈਂਦੇ, ਇਸ ਤਰ੍ਹਾਂ ਰਿਪੈਲ ਕਰਦੇ ਇੱਕ ਦੂਜੇ ਨੂੰ, ਤੇ ਉੱਥੇ એનર્ਜੀ ਵਧਣ ਡੈ ਪੈਂਦੀ। ਇਨ ਕੇਸ ਆਫ ਰਿਪਲਸ਼ਨ એનર્ਜੀ ਹਮੇਸ਼ਾ ਵਧੂਗੀ। ਤੇ ਜਦੋਂ ਅਟਰੈਕਸ਼ਨ ਹੁੰਦੀ ਦੋ ਚੀਜ਼ਾਂ ਅਟਰੈਕਟ ਹੋ ਗਈਆਂ, ਕੋਈ એનર્ਜੀ ਇਨਕਰੀਜ਼ ਡਿਕਰੀਜ਼ ਨਹੀਂ ਹੋਣੀ, ਵੈਸੇ ਘਟਦੀ ਹੈ। ਠੀਕ ਹੈ, એનર્ਜੀ ਕੀ ਆ, ਘਟੂਗੀ। ਤੇ ਲਾਸਟ ਪੁਆਇੰਟ ਹੈਗਾ ਵਾ ਕਿਹੜਾ ਬੌਂਡ ਬਣਦਾ ਇਹਨਾਂ ਦੇ ਵਿੱਚ, ਕੋਆਰਡੀਨੇਟ ਬੌਂਡ। ਕਦੋਂ ਬਣਦਾ, ਜਦੋਂ ਲੀਗੈਂਡ ਅਪਰੋਚ ਕਰਦਾ। ਲੀਗੈਂਡ ਜਿਹੜਾ ਵਾ ਉਹ ਅਪਰੋਚ ਕਰੂਗਾ, ਵਧੂਗਾ ਕਿਹਦੇ ਵੱਲ, ਸੈਂਟਰਲ ਮੈਟਲ ਐਟਮ ਦੇ ਵੱਲ। 4 ਪੁਆਇੰਟ ਨੇ, ਨੋਟ ਕਰ ਲਓ, ਫਿਰ ਇਹ ਥਿਊਰੀ ਨੂੰ ਹੋਰ ਅੱਗੇ ਸਮਝਦੇ ਆ। ਕਰ ਲਓ ਨੋਟ ਇਹਨਾਂ ਨੂੰ। ਨੈਕਸਟ ਹੈਡਿੰਗ ਲਾ ਲਓ ਕ੍ਰਿਸਟਲ ਫੀਲਡ ਸਪਲਿਟਿੰਗ। ਕ੍ਰਿਸਟਲ ਫੀਲਡ ਥਿਊਰੀ ਦੇ ਅੰਡਰ ਨੈਕਸਟ ਹੈਡਿੰਗ ਲਾ ਲਓ ਕ੍ਰਿਸਟਲ ਫੀਲਡ ਸਪਲਿਟਿੰਗ। ਨਾ ਧਿਆਨ ਦੋਗੇ ਚੀਜ਼ਾਂ ਸਮਝ ਨਹੀਂ ਜੇ ਲੱਗਣੀਆਂ। ਇੱਧਰ ਦੇਖੋ ਸਾਡਾ ਹੈਡਿੰਗ ਹੈਗਾ ਵਾ ਕ੍ਰਿਸਟਲ ਫੀਲਡ ਸਪਲਿਟਿੰਗ। ਇਹਦਾ ਕੁਐਸਚਨ ਹੀ ਬਣ ਕੇ ਆਉਂਦਾ ਹੁੰਦਾ ਡਿਫਾਈਨ ਕ੍ਰਿਸਟਲ ਫੀਲਡ ਸਪਲਿਟਿੰਗ। ਇੰਪੋਰਟੈਂਟ ਹੁੰਦਾ ਏ। ਇਹਨੂੰ ਸਿੱਧਾ ਲਿਖਣ ਦੀ ਬਜਾਏ ਆਪਾਂ ਪਹਿਲਾਂ ਇਹਨੂੰ ਕਲੀਅਰ ਕਰੀਏ ਥੋੜਾ। ਦੇਖਿਓ ਇੱਥੇ ਮੈਂ ਇੱਕ ਵਰਡ ਵਰਤਣਾ ਜੇ ਡੀਜਨਰੇਟ ਔਰਬਿਟਲ। ਡੀਜਨਰੇਟ ਔਰਬਿਟਲ ਜਿਹੜੇ ਆਪਾਂ ਲੀਗੈਂਡ ਮੈਟਲ ਲਿਖਦੇ ਆ ਜਿਹੜੇ ਮੈਟਲ ਆਪਾਂ ਲਿਖਦੇ ਆ ਇਹ ਜ਼ਿਆਦਾਤਰ ਕਿਹੜੇ ਬਲੌਕ ਦੇ ਹੁੰਦੇ, ਜ਼ਿਆਦਾਤਰ ਕੀ ਹੁੰਦੇ ਹੀ ਕਿਹੜੇ ਬਲੌਕ ਦੇ ਆ, ਡੀ ਬਲੌਕ ਦੇ। ਇਸੇ ਬਲੌਕ ਦੇ ਹੁੰਦੇ ਨਾ ਆਪਾਂ ਐਸ ਬਲੌਕ ਦਾ ਕੋਈ ਲਿਖਦੇ, ਨਾ ਪੀ ਬਲੌਕ ਦਾ ਕੋਈ ਲਿਖੀਦਾ, ਨਾ ਐਫ ਦਾ। ਕਿਹੜੇ ਬਲੌਕ ਦੇ ਹੁੰਦੇ ਨੇ, ਡੀ ਬਲੌਕ ਦੇ। ਤੇ ਇੱਥੇ ਔਰਬਿਟਲ ਕਿਹੜਾ ਵਰਤਾਂਗੇ, ਡੀ ਔਰਬਿਟਲ। ਜਿਵੇਂ ਆਪਣੇ ਕੋਲ ਹੈਗਾ ਵਾ ਡੀ ਔਰਬਿਟਲ ਤੇ ਡੀ 5 ਤਰ੍ਹਾਂ ਦਾ ਹੁੰਦਾ। ਕਿਹੜਾ ਕਿਹੜਾ ਹੁੰਦਾ, ਡੀ ਐਕਸ ਵਾਈ ਇੱਕ ਔਰਬਿਟਲ, ਡੀ ਵਾਈ ਜ਼ੈਡ ਦੂਸਰਾ ਔਰਬਿਟਲ, ਡੀ ਜ਼ੈਡ ਐਕਸ ਤੀਸਰਾ ਔਰਬਿਟਲ, ਡੀ ਐਕਸ ਸਕੇਅਰ ਮਾਈਨਸ ਵਾਈ ਸਕੇਅਰ ਚੌਥਾ ਔਰਬਿਟਲ, ਡੀ ਜ਼ੈਡ ਸਕੇਅਰ ਪੰਜਵਾਂ ਔਰਬਿਟਲ।
ਜਿਹੜਾ ਤੇ DXY ਇਹਨੂੰ ਬਣਾਈਦਾ ਕਿੱਦਾਂ, ਆ ਸਾਡਾ ਹੋ ਗਿਆ Y ਐਕਸਿਸ, ਦੂਸਰਾ ਹੋ ਗਿਆ X ਐਕਸਿਸ। ऑर्बिटल किद्दां बनाउणा, ऑर्बिटल की शेप इस तरह की हुंदी है, इनू इन बिटवीन एक्सिस बनाईदा X ते Y दे विचकार। ये मैं एक बनाता, दो बनने टोटल, दूसरा इस तरह बनाता। एक्स वाई नू किद्दां बनाउणा, X एक्सिस Y एक्सिस लिख के उन्हां दे इन बिटवीन बनाउणा आपां। ये आपां पहले दी शेप बनाती। YZ दी शेप किद्दां आपां बनावांगे, इत्थे ना आ जिहड़े XY हुंदे ये आरबीट्रेरी हुंदे, कोई फिक्स नहीं हुंदे, तुहाडी मर्जी आ। इत्थे Y लिख लो, इत्थे Z लिख लो, भी ये जरूरी नहीं आ भी आपां इहो याद रखना आ X हो गया, आ Y हो गया, आ Z हो गया, इदां दा कुछ नहीं हुंदा। ये डायरैक्शन किहड़ियां हुंदियां, आरबीट्रेरी, आपां अपनी मर्जी नाल चेंज कर सकदे। जे तुहानूं X इत्थे नहीं पसंद, इत्थे Y लिख लो। आपां YZ लिख लिया ते किद्दां बनाईंदे, डबल डंबल। आ एक ऑर्बिटल हो गया, इहदी शेप हुंदी जे डबल डंबल। जिहड़े वो जिम दे विच हुंदे, वो डंबल इस तरह दे हुंदे ना, ठीक है। आ एक डंबल हो गया, आ दूजा डंबल हो गया, ठीक है। YZ भी अपना बन गया इस तरह। उस तो बाद ZX आ गया, इनू किद्दां बनावांगे आपां, मैं तुहानूं हुणे कहा ये आरबीट्रेरी आ, जिथे मर्जी जो मर्जी लिख लो, भावें इत्थे X इत्थे Z लिख लो। तो ये भी कित्थे बनाने, इन बिटवीन एक्सिस। हुणे तिन्ने देखो ध्यान नाल, तिन्ने इक्को जिक्के लगदे, बस इहो ही बदलते पे। इन्हां तिन्नां दे कंबीनेशन नूं, इन्हां तिन्नां दे कंबीनेशन नूं आपां नाम दिता जे T2G। इस तरह T2G, इनू कहीदा वा T फॉर ट्रिपली, ट्रिपली जनरेटिड। जी जनरेटिड की जगह तो आपां की लिखना वा, डी जनरेटिड, ट्रिपली डी जनरेटिड ऑर्बिटल, ऑर्बिटल। उस तो बाद आड़े दो रह गए X ते Y, जिन्हां दे उपर ते पावर 1 ही, देखो X के उपर पावर 1, वो बिटवीन द एक्सिस बनते। जिन्हां दे उपर पावर 2 हुंदी, वो अलोंग द एक्सिस बनते। हुण XY आ, आपां एक X बनाया, एक Y बनाया। X वाला अलोंग द एक्सिस, एक्सिस के उपर बनाउणा, इन बिटवीन नहीं बनाउणा। ते Y वाला भी आपां एक्सिस के उपर बनावांगे, इन बिटवीन नहीं बनाउणा। ये गल क्लीयर होगी। ये आ चीज़ बन गई। दूजा हैगा DZ दा स्केयर। DZ दा स्केयर आपां किद्दां बनावांगे, इत्थे Z एक्सिस बनाता, सिर्फ Z एक्सिस बनावांगे, तो ये भी स्केयर आ ना, उपर स्केयर आ, तो अलोंग द एक्सिस, अलोंग द एक्सिस बनाता, तो इनू इत्थे इदा सर्कल जिहा कर देना। इहदी शेप इस तरह की हुंदी है। ये 5 दे 5 बन गए। इन्हां नू की बोलिया, T2G। इन्हां नू दोवां नू बोलना जे EG, इक्वली जनरेट कह सकते, जां इहदा फुल फॉर्म जी रहंदे हो। इहदी ते पूरा कन्फर्म हुंदा, ट्रिपली डीजनरेट ऑर्बिटल हुंदे। इत्थे एक वर्ड वरतिया डीजनरेट। डीजनरेट दा मतलब हुंदा ऑर्बिटल्स, ऑर्बिटल्स हैव इक्वल एनर्जी, ऑर्बिटल्स हैव इक्वल एनर्जी। जिन्ना ऑर्बिटल्स की एनर्जी सेम होवे, जिद्दां इहदी भी 2 इलैक्ट्रोवोल्ट, इहदी भी 2 इलैक्ट्रोवोल्ट, 2 इलैक्ट्रोवोल्ट, सब दी सेम, उन्हां नूं किहड़ा नाम नाल रिप्रजेंट करीदा, डीजनरेट ऑर्बिटल। मैं आ सिर्फ आ चीज़ां जिहड़ियां ना एग्जाम च किते नहीं लिखणियां, आ चीज़ क्लीयर हो जे, क्रिस्टल फील्ड सप्लिटिंग नूं रट्टा ना लाउणा पवे, अगे अगे वध के समझ लगन डै पे तां समझाउणा पिया। इहनूं किते पेपर च नहीं बनाउणा आपां, ठीक है। इन्हां दी शेप याद रखण दी लोड़ नहीं, किते बनाउणा नहीं इन्हां नूं, ठीक है। सिर्फ आ डेफिनेशन आपां कवर करनी, इन्ना क नोट करियो पहलों। तुसीं ये ते सुनिया होना ना कि डी दे किन्ने आपां बॉक्स जे बनाउने हुंदे आ, 5। ते आ पहला बॉक्स हुंदा जे जिन्नू आपां लिखदे DXY, दूजा हुंदा जिन्नू DYZ, इदां करदे करदे टोटल 5 हुंदे। ते इन्हां 5 दी शेप इदां दी हुंदी।
हुण इत्थे एक चीज़ होर देखियो ध्यान नाल, जिहड़ा लीगेंड आ लीगेंड कोल इलैक्ट्रॉन पेयर हुंदे तां ही ते कोऑर्ਡੀनेट बॉन्ड बनदा ना। इहदे कोल पेयर हुंदे, ये डोनेट करदा ते किहड़ा बॉन्ड बना लैंदा, कोऑर्ਡੀनेट बॉन्ड बनाउंदा। जिहड़ा लीगेंड आ उहदे कोल किहड़ी चीज़ होनी आ, इलैक्ट्रॉन पेयर, इलैक्ट्रॉन पेयर। उस तो बाद आ गया मैटल एटम, मैटल एटम, मैटल एटम कोल की होने वेलेंस इलैक्ट्रॉन, वेलेंस इलैक्ट्रॉन। फॉर एग्जाम्पल देखियो जिद्दां लीगेंड मैं एग्जाम्पल लवां अमोनीआ, इहदे कोल पेयर हैगे, इलैक्ट्रॉन दे पेयर हैगे ना, ते आ जिहड़ा मैटल एटम आ इहदी एग्जाम्पल लवां आयरन, आयरन आयरन दा एटॉमिक नंबर किन्ना हुंदा 26, आर्गन तक 18 हो गए, 2 20 हो गए, तो 3D किन्ने हो गए 6। हुण इहदे कोल देखो ध्यान नाल वेलेंस इलैक्ट्रॉन हैगे, इहदे कोल इलैक्ट्रॉन पेयर आ ते इहदे कोल वेलेंस इलैक्ट्रॉन आ। इलैक्ट्रॉन ते इलैक्ट्रॉन रिपैल करू कि अट्रैक्ट करू, इलैक्ट्रॉन ते भी माइनस, इहते दे भी माइनस, रिपल्शन होऊ कि अट्रैक्शन होऊ, रिपल्शन। इत्थे इन्ना ते क्लीयर हो गया सानू किहड़ी चीज़ होनी आ, रिपल्शन, अट्रैक्शन नहीं होनी। जे रिपल्शन हुंदी एनर्जी वधू के घटू, वधू, इत्थे एनर्जी की होनी आ, इनक्रीज, एनर्जी होगी इनक्रीज। हुण नैक्सट देखियो, जेकर आपां कहिए एक कंपलैक्स बनदा टैट्राहैड्रल, टैट्राहैड्रल, एक कंपलैक्स बनदा ऑक्टाहैड्रल, ऑक्टाहैड्रल, हैड्रल इदां ही होनी स्पैलिंग। टैट्राहैड्रल देखियो, टैट्रा का मतलब किन्ने जाने जोड़ने, 4, ऑक्टा का मतलब वैसे 6 हुंदा, पर ऑक्टाहैड्रल जमैट्री दे विच किन्ने जाने जुड़ते ने, ऑक्टा का मतलब हुंदा 8, पर ऑक्टाहैड्रल जमैट्री दे विच इत्थे किन्ने जाने जुड़ते ने, 6। देखियो एक कौन होना, मैटल, मैटल वाल किन्ने अप्रोच करना, लीगेंड ने, लीगेंड इधरों टैट्राहैड्रल बनाना ना, एक लीगेंड आया इधरों, एक लीगेंड आऊगा इधरली साइड तो, 3 ते आ हो गए 4, 4 हो गए। इनू इदां बना सकते तुसीं, थोड़ा टेढ़ा जिहा बना दिओ। हुण इधर आ जाइए ऑक्टाहैड्रल वाल, मैटल किन्ने जाने आने लीगेंड, 6, एक लीगेंड 2 3 4 5 ते इत्थे 6 बन गए। हुण आपां बनाउने एक्सिस। पहली गल इनू जिद्दां मर्जी बना दो, कोई फर्क नहीं जे पैंदा। एक्सिस बनाइए, मैनू दसो इत्थे किन्ना किन्ना एंगल आ, हर एक बॉन्ड दे विच किन्ना किन्ना एंगल हो सकदा। ये ना इस तरह जे जिद्दां आप प्लेन सरफेस होवे, एक लीगेंड इत्थे, एक इत्थे, एक इत्थे, 4 नुक्करां ते एक होना जे उपर वार ते एक होना जे हेठां नूं। किन्ना किन्ना बॉन्ड हो सकदा, 90-90 डिग्री। ठीक है, जिद्दां जे मैं तुहानूं कहा 4 जाने हुंदे इदां, आ नोटबुक होवे ते 4 जाने, एक अपने अल एक बिलो, ते आ किन्ना एंगल हुंदा टोटल 360। फिर आ भी 90, आ भी 90, इत्थे भी 90 ते आ भी 90, टोटल 360 हो गया। आ चीज़ क्लीयर हो जाती। किन्ना एंगल हुंदा 360, ते जिहड़ा उपर होऊगा वो भी प्लेन नाल किन्ना एंगल बनाउंदा 90। हर एक दे विच इत्थे एंगल किन्ना हैगा 90 डिग्री, ते इत्थे एंगल किन्ना हुंदा 109 डिग्री ते 28 मिनट। पता है जमैट्री दा? ये तो जे नहीं पता तो याद रख लो, टैट्राहैड्रल दे विच 90 नहीं हुंदा, ऑक्टाहैड्रल दे केस विच किन्ने डिग्री हुंदा 90 डिग्री। ते जेकर आपां एक्सिस बनाइए, एक्स एक्सिस, वाई एक्सिस ते जैड एक्सिस, इन्हां दे विच भी किन्ने किन्ने डिग्री हुंदा। ये ना सोचो भी आ 270 ही बनता पाया, 360 तो बनया नहीं, आ जैड एक्सिस अपने अल हुंदा। ठीक है, एक्स ते वाई प्लेन ते हुंदे, इन्हां च 90, इन्हां च 90 ते आ अपने अल हुंदा, वो भी 90 ही बनाउंदा। एक्सिस दे विच किन्ना एंगल
90 ऑक्टाहेड्रल ਦੇ ਵਿੱਚ ਕਿੰਨਾ ਐਂਗਲ 90 ਡਿਗਰੀ। ਆ ਲੀਗੈਂਡ ਜਿਹੜਾ ਵਾ ਜੇ ਇੱਥੇ 90 ਡਿਗਰੀ ਆ ਮੈਂ ਇੱਥੇ ਐਕਸ ਐਕਸਿਸ ਲਿਖ ਸਕਦਾ, ਮੈਂ ਆ ਵੀ 90 ਤੇ ਇੱਥੇ ਕਿਹੜਾ ਐਕਸਿਸ ਲਿਖ ਸਕਦਾ ਵਾਈ ਐਕਸਿਸ, ਇੱਥੇ ਨੈਗੇਟਿਵ ਐਕਸ ਲਿਖ ਸਕਦਾ, ਇੱਥੇ ਕਿਹੜਾ ਐਕਸਿਸ ਨੈਗੇਟਿਵ ਵਾਈ, ਇੱਥੇ ਕਿਹੜਾ ਐਕਸਿਸ ਜ਼ੈਡ, ਇੱਥੇ ਕਿਹੜਾ ਐਕਸਿਸ ਨੈਗੇਟਿਵ ਜ਼ੈਡ। ਲੀਗੈਂਡ ਐਕਸਿਸ ਤੋਂ ਅਪਰੋਚ ਕਰਦਾ ਪਿਆ ਕਿ ਹੋਰ ਕਿਤੋਂ ਅਪਰੋਚ ਕਰਦਾ ਪਿਆ ਐਕਸਿਸ ਤੋਂ, ਤੇ ਕਿਹੜੇ ਔਰਬਿਟਲ ਹੀ ਜਿਹੜੇ ਐਕਸਿਸ ਦੇ ਉੱਪਰ ਹੁੰਦੇ ਸੀ ਈਜੀ ਕੇ T2G। ਆਰਾਮ ਨਾਲ ਸੁਣੋ ਇਹ ਗੱਲਾਂ, ਕਿਹੜੇ ਲੀਗੈਂਡ ਜਿਹੜੇ ਆ ਜਾਂ ਕੀ ਹੀ ਯਾਰ ਕਿਹੜੇ ਔਰਬਿਟਲ ਆ ਜਿਹੜੇ ਐਕਸਿਸ ਦੇ ਉੱਪਰ ਹੁੰਦੇ ਸੀ। ਪਹਿਲਾਂ ਨਾ ਤੁਸੀਂ ਆਹ ਚੀਜ਼ ਨੋਟ ਕਰ ਲਓ, ਕਰੋ ਨੋਟ, ਮੈਂ ਫਿਰ ਸਮਝਾ ਦਿੰਦਾ। ਆ ਦੋਵੇਂ ਚੀਜ਼ਾਂ ਬਣਾ ਲਿਓ, ਮੈਂ ਫਿਰ ਦੱਸਦਾ ਇਹਨਾਂ ਨੂੰ। ਮੈਂ ਇੱਥੇ ਹੀ ਰੁਕੀ ਰਹਿਣਾ ਵਾ, ਬਸ ਇੰਨਾ ਦਿਮਾਗ 'ਚ ਰੱਖੋ ਵੀ ਟੈਟਰਾਹੈਡਰਲ ਦੇ ਕੇਸ ਵਿੱਚ 109 ਡਿਗਰੀ ਤੇ ਔਕਟਾਹੈਡਰਲ ਦੇ ਕੇਸ ਵਿੱਚ 90 ਡਿਗਰੀ ਤੇ ਐਕਸਿਸ ਦੇ ਕੇਸ ਵਿੱਚ ਵੀ 90 ਡਿਗਰੀ। ਹੁਣ ਦੇਖਿਓ ਅੱਗੇ, ਬਸ ਇੱਕ ਚੀਜ਼ ਲਿਖ ਕੇ ਫਿਰ ਇਹਦੀ ਡੈਫੀਨੇਸ਼ਨ ਆਪਾਂ ਲਿਖ ਲੈਣੀ ਆ। ਡੀਜਨਰੇਟ ਔਰਬਿਟਲ ਕਿੰਨੇ ਹੀ ਟੋਟਲ 5 ਇਸ ਤਰ੍ਹਾਂ, ਜਾਂ ਤੇ ਇਹ ਜਦੋਂ ਸਪਲਿਟ ਹੋਣਗੇ, ਇੱਥੇ ਸਪਲਿਟ ਵਰਡ ਆਇਆ ਟੁੱਟਣਗੇ, ਸਪਲਿਟ ਹੋਣਗੇ ਇਹ ਇਸ ਤਰ੍ਹਾਂ ਹੋ ਸਕਦੇ ਵੀ 3 ਜਿਹੜੇ ਆ ਉਹਨਾਂ ਦੀ એનર્ਜੀ ਜ਼ਿਆਦਾ ਹੋ ਜੇ ਤੇ ਜਿਹੜੇ 2 ਆ ਉਹਨਾਂ ਦੀ એનર્ਜੀ ਘੱਟ ਹੋ ਜੇ। ਆ એનર્ਜੀ ਜਿਹੜੀ ਆ ਇਹ ਇਸ ਲੈਵਲ ਤੱਕ ਆ, ਜੇ ਤੇ ਇਹਦੇ ਤੋਂ ਉੱਪਰ ਔਰਬਿਟਲ ਬਣਾਉਣੇ ਜ਼ਿਆਦਾ એનર્ਜੀ, ਜੇ ਇਹਦੇ ਤੋਂ ਹੇਠਾਂ ਔਰਬਿਟਲ ਬਣਾਉਣੇ ਘੱਟ એનર્ਜੀ। 3 ਦਾ ਪੇਅਰ ਨੂੰ ਹਮੇਸ਼ਾ ਕੀ ਲਿਖਣਾ T2G ਤੇ 2 ਦੇ ਪੇਅਰ ਨੂੰ ਕਿੱਦਾਂ ਲਿਖਣਾ EG। ਜਾਂ ਹੋ ਸਕਦਾ ਹੀ ਇਦਾਂ ਹੋ ਜਾਂਦਾ ਵੀ ਇਹ ਜਿਹੜੇ 5 ਆ ਇਹਨਾਂ ਦੀ એનર્ਜੀ 5 ਦੀ ਸੇਮ ਆ, ਇਹਨਾਂ ਨੂੰ ਕੀ ਬੋਲਣਾ ਆਪਾਂ ਡੀਜਨਰੇਟ ਔਰਬਿਟਲ, ਇਹਨਾਂ ਨੂੰ ਆਪਾਂ ਬੋਲਾਂਗੇ ਡੀਜਨਰੇਟ ਔਰਬਿਟਲ। ਇਹ 5 ਦੀ ਸੇਮ ਆ, ਇਹਨਾਂ ਨੂੰ ਕੀ ਬੋਲਾਂਗੇ ਆਪਾਂ ਡੀਜਨਰੇਟ ਔਰਬਿਟਲ। ਜਾਂ ਤੇ ਹੋਣਾ ਹੀ ਵੀ 2 ਔਰਬਿਟਲ ਦੀ એનર્ਜੀ ਵੱਧ ਜਾਂਦੀ ਤੇ 3 ਔਰਬਿਟਲ ਜਿਹੜੇ ਉਹਨਾਂ ਦੀ એનર્ਜੀ ਘਟ ਜਾਂਦੀ। ਇਹ ਕੋਈ ਰੱਟਾ ਨਹੀਂ ਲਾਉਣਾ ਵੀ 3 ਹੀ ਉੱਪਰ ਬਣਾਈ ਦੇ, ਆ 3 ਔਰਬਿਟਲ ਵੀ ਉੱਪਰ ਹੋ ਸਕਦੇ, 2 ਔਰਬਿਟਲ ਵੀ ਉੱਪਰ ਹੋ ਸਕਦੇ, ਦੋਵਾਂ ਦੇ ਪੇਅਰ ਨੂੰ EG, 3 ਦੇ ਪੇਅਰ ਨੂੰ। ਹੁਣ ਵੇਖੀਏ ਇਹ ਕਿਹਦੇ ਕੇਸ ਵਿੱਚ ਹੋ ਸਕਦਾ ਤੇ ਇਹ ਕਿਹਦੇ ਕੇਸ ਵਿੱਚ ਹੋ ਸਕਦਾ। 2 ਕੇਸ ਹੀ ਨੇ, ਇੱਕ ਟੈਟਰਾਹੈਡਰਲ ਤੇ ਇੱਕ ਔਕਟਾਹੈਡਰਲ। EG ਵਾਲੇ ਕਿਹੜੇ ਹੁੰਦੇ, ਜਿਹੜੇ EG ਵਾਲੇ ਇਦਾਂ ਦੇ ਹੀ ਨਾ ਵੀ ਇੱਕ Z ਵਾਲਾ ਹੀ ਤੇ ਇੱਕ ਕਿਹੜਾ ਹੀ x² ਤੇ y² ਬਟਵੀਨ ਦਾ ਐਕਸਿਸ। ਜੇ ਤੇ ਬਟਵੀਨ ਦਾ ਐਕਸਿਸ ਨਹੀਂ, ਅਲੋਂਗ ਦਾ ਐਕਸਿਸ, ਤੇ ਅਲੋਂਗ ਦਾ ਐਕਸਿਸ ਜਾਂ ਲੀਗੈਂਡ, ਜੇ ਲੀਗੈਂਡ ਅਪਰੋਚ ਕਰਦਾ ਪਿਆ ਵਾ ਅਲੋਂਗ ਦਾ ਐਕਸਿਸ ਤੇ ਕਿਹੜੇ ਔਰਬਿਟਲ 'ਚ ਰਿਪਲਸ਼ਨ ਜ਼ਿਆਦਾ ਹੋਣੀ, ਜਿਹੜੇ ਅਲੋਂਗ ਦਾ ਐਕਸਿਸ ਨੇ। ਤੇ ਅਲੋਂਗ ਦਾ ਐਕਸਿਸ ਕਿਹੜੇ ਨੇ EG। ਆੜਾ ਕੇਸ ਹੈਗਾ ਜੇ ਔਕਟਾਹੈਡਰਲ ਦਾ। ਫਿਰ ਸੁਣਿਓ EG ਨੂੰ ਉੱਪਰ ਕਿਉਂ ਬਣਾਇਆ, ਕਿਉਂਕਿ ਹੁਣ ਲੀਗੈਂਡ ਕਿੱਧਰੋਂ ਆਉਂਦਾ ਪਿਆ, ਬਟਵੀਨ ਦਾ ਐਕਸਿਸ ਕਿ ਅਲੋਂਗ ਦਾ ਐਕਸਿਸ। ਅਲੋਂਗ ਦਾ ਐਕਸਿਸ ਤੇ EG ਵਾਲੇ ਵੀ ਕਿੱਦਾਂ ਹੁੰਦੇ ਅਲੋਂਗ ਦਾ ਐਕਸਿਸ, ਤਾਂ ਕਰਕੇ EG ਨੂੰ ਉੱਪਰ ਬਣਾਇਆ। ਰਿਪਲਸ਼ਨ ਜ਼ਿਆਦਾ ਹੋਣੀ ਤੇ ਇਹਨਾਂ ਦੀ એનર્ਜੀ ਜ਼ਿਆਦਾ। ਇੱਧਰ ਦੇਖਿਓ T2G ਨੂੰ ਉੱਪਰ ਕਿਉਂ ਬਣਾਇਆ, ਜੇਕਰ ਮੈਂ ਟੈਟਰਾਹੈਡਰਲ ਬਣਾਵਾਂ ਮੈਟਲ ਲੀਗੈਂਡ, ਆ ਐਂਗਲ ਕਿੰਨਾ ਹੀ 109 ਡਿਗਰੀ, ਤੇ ਜੇਕਰ ਉਹ ਚੀਜ਼ ਆਊਗੀ ਲੀਗੈਂਡ ਆਊਗਾ ਉਹ ਇਸ ਤਰ੍ਹਾਂ, ਮੰਨ ਲਓ ਲੀਗੈਂਡ ਆਉਂਦਾ ਪਿਆ 1 2 ਇਸ ਤਰ੍ਹਾਂ, ਇਹ ਤੇ ਲੌਂਗ ਦਾ ਐਕਸਿਸ ਹੈ ਹੀ ਨਹੀਂ, ਇਹ ਕਿੱਦਾਂ ਵਾ ਬਟਵੀਨ ਦਾ ਐਕਸਿਸ। ਮੰਨ ਲਓ ਇੱਥੇ ਮੈਂ ਲੀਗੈਂਡ ਬਣਾਦਾ, ਇੱਥੇ ਲੀਗੈਂਡ ਬਣਾਦਾ, ਇੱਥੇ ਲੀਗੈਂਡ, ਇਸ ਤਰ੍ਹਾਂ ਲੀਗੈਂਡ, ਆ ਐਕਸ ਐਕਸਿਸ। ਦੂਜਾ ਕੋਈ ਹੋਊਗਾ ਇੱਥੇ y ਨਹੀਂ ਮੈਂ ਲਿਖ ਸਕਦਾ ਕਿਉਂਕਿ ਆ ਐਂਗਲ ਕਿੰਨੇ ਡਿਗਰੀ ਦਾ 109 ਡਿਗਰੀ ਦਾ, ਇੱਥੇ y ਲਿਖੂੰਗਾ ਮੈਂ, ਲੱਗਣ ਡਿਆ ਇਹ 90 ਡਿਗਰੀ ਹੋਣਾ ਪਰ ਠੀਕ ਹੈ। ਆ y ਹੋ ਗਿਆ ਤੇ ਲੀਗੈਂਡ ਕਿੱਦਾਂ ਆਉਂਦਾ ਪਿਆ ਬਟਵੀਨ ਦਾ ਐਕਸਿਸ, ਤੇ ਕਿਹੜੇ ਉੱਪਰ ਜਾਣਗੇ ਜਿਹੜੇ ਬਟਵੀਨ ਦਾ ਐਕਸਿਸ ਹੁੰਦੇ। ਤੁਹਾਡਾ ਵੈਸੇ ਮੈਂ ਸਿਰ ਜਿਹਾ ਹੀ ਖਾਣਾ ਪਿਆ, ਮੈਨੂੰ ਲੱਗਦਾ ਤੁਹਾਨੂੰ ਪਤਾ ਕੁਝ ਲੱਗਣ ਨਹੀਂ ਡਿਆ ਹੋਣਾ,
पर मेन गल ये हुई आ भी आ चीज़ किहदी हुंदी आ टैट्राहेड्रल दी ते आ किहदी हुंदी रट्टा ही लाने सीधा टी फॉर टैट्राहेड्रल ते टी फॉर T2 जी ये उपर चल जाते ठीक है काम निबड़िया लिख लो। एक मिनट लिखण तो पहलों डेफिनेशन कवर कर लीए। डेफिनेशन वेखियो समझ आजू हुण क्रिस्टल फील्ड सप्लिटिंग की आ किन्ना दी सप्लिटिंग होगी डीजनरेट ऑर्बिटल दी। क्यों सप्लिटिंग होगी क्योंकि रिपल्शन हुंदी पई किसी ऑर्बिटल की एनर्जी वध गई किसी ऑर्बिटल की एनर्जी घट गई। क्यों रिपल्शन हुंदी पई लीगेंड अप्रोच करदा पिया किहदे वल मैटल वल। फिर सुनो सप्लिटिंग का मतलब कि किन्ना दी सप्लिटिंग होगी डीजनरेट दी। क्यों सप्लिटिंग हुई रिपल्शन हुई। रिपल्शन क्यों हुई लीगेंड अप्रोच करदा पिया सेंट्रल मैटल एटम। ठीक है आप इत्थे कह सकते हैं इहदी डेफिनेशन की आ सप्लिटिंग ऑफ डीजनरेट ऑर्बिटल ड्यू टू रिपल्शन when ligand approach toward central metal atom। आ लाइना ते क्लीयर ना ते आ दो याद रख लो। जे समझ नहीं आता पिया टी तो टी ना याद रख लो गलत ना बनाए। तो आ जिहड़ा गैप हुंदा वा इनू आपां लिख देईदा डेल्टा नॉट। इनू आपां लिख देईदा डेल्टा आ 0 जे ऑक्टाहेड्रल वाला ये टी वाला डेल्टा टी आ जाता। एनर्जी गैप बोलते इनू एनर्जी गैप इन केस ऑफ टैट्राहेड्रल एनर्जी गैप इन केस ऑफ ऑक्टाहेड्रल। कर लो कंप्लीट।